Welcome students. B.Ed semester 1 ਦਾ paper 6 library resources and art in education ਦਾ next topic meaning of scientific management ਵਿਗਿਆਨਿਕ ਪ੍ਰਬੰਧ ਦਾ ਅਰਥ ਕੀ ਹੈ। ਜਿਵੇਂ ਕਿ ਅਸੀਂ ਪਹਿਲੀ ਵੀਡੀਓ ਦੇ ਵਿੱਚ ਕੀਤਾ ਹੈ ਕਿ ਮੈਨੇਜਮੈਂਟ ਕੀ ਹੈ, ਪ੍ਰਬੰਧ ਕੀ ਹੈ, ਬਟ ਅਸੀਂ ਇਹਦੇ ਵਿੱਚ ਕਰਾਂਗੇ ਸਾਇੰਟੀਫਿਕ ਮੈਨੇਜਮੈਂਟ। ਵਿਗਿਆਨਿਕ ਪ੍ਰਬੰਧ ਦੋ ਸ਼ਬਦਾਂ ਦੇ ਮੇਲ ਤੋਂ ਬਣੇ ਹੈ, ਵਿਗਿਆਨਿਕ ਅਤੇ ਪ੍ਰਬੰਧ। ਹੁਣ ਵਿਗਿਆਨ ਦੇ ਵਿੱਚ ਕੀ ਹੁੰਦਾ ਹੈ? ਵਿਸ਼ੇਸ਼ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ। ਪ੍ਰਬੰਧ ਦਾ ਮਤਲਬ ਦੂਸਰਿਆਂ ਤੋਂ ਕੰਮ ਕਰਵਾਉਣਾ। ਅਸੀਂ ਵਿਸ਼ੇਸ਼ ਜਾਣਕਾਰੀ ਦੇ ਨਾਲ ਦੂਸਰਿਆਂ ਤੋਂ ਕੰਮ ਕਿਵੇਂ ਕਰਵਾ ਸਕਦੇ ਹਾਂ? ਵਿਗਿਆਨਿਕ ਪ੍ਰਬੰਧ ਦਾ ਅਰਥ ਹੈ ਕਿ ਵੱਧ ਤੋਂ ਵੱਧ ਗਿਆਨ ਨਾਲ ਦੂਸਰਿਆਂ ਤੋਂ ਕੰਮ ਕਰਵਾਉਣਾ। ਇਹ ਮੈਨੇਜਮੈਂਟ ਹੈ, ਪ੍ਰਬੰਧ ਹੈ ਕਿ ਅਸੀਂ ਸਾਡੇ ਕੋਲ ਵਿਅਕਤੀ ਵੀ ਥੋੜ੍ਹੇ ਨੇ ਕੰਮ ਕਰਨ ਦੇ ਲਈ, ਬਜਟ ਵੀ ਘੱਟ ਹੈ, ਬਟ ਅਸੀਂ ਕੰਮ ਨੂੰ ਪ੍ਰੋਪਰ ਕਰਾਉਣਾ ਹੈ। ਜਦੋਂ ਅਸੀਂ ਸਹੀ ਤਰੀਕੇ ਨਾਲ ਕੰਮ ਕਰਵਾਉਣਾ ਹੈਗਾ ਤਾਂ ਸਾਨੂੰ ਜਿਹੜੇ ਸਾਇੰਟੀਫਿਕ ਮੈਨੇਜਮੈਂਟ ਆ ਉਹ ਕਰਨੀ ਪਏਗੀ ਕਿ ਸਾਇੰਟੀਫਿਕ ਮੈਨੇਜਮੈਂਟ ਦੇ ਨਾਲ ਅਸੀਂ ਜਿਹੜਾ ਪ੍ਰੋਪਰ ਹੈ ਉਹ ਸਹੀ ਤਰੀਕੇ ਨਾਲ ਕੰਮ ਕਰਵਾ ਸਕਦੇ ਹਾਂ। ਸਾਇੰਟੀਫਿਕ ਮੈਨੇਜਮੈਂਟ ਦਾ ਮੀਨਿੰਗ ਕਲੀਅਰ ਕਰਨ ਦੇ ਲਈ ਕੁਝ ਡੈਫੀਨੇਸ਼ਨਸ। ਪੀਟਰ ਆਫ ਡਰੱਕਰ, ਵਿਗਿਆਨਿਕ ਪ੍ਰਬੰਧ ਕਿਸੇ ਕੰਮ ਦੀ ਸੰਗਠਿਤ ਅਧੀਨ ਹੈ। ਕੰਮ ਦਾ ਇਸ ਦੇ ਛੋਟੇ ਛੋਟੇ ਤੱਤਾਂ ਵਿੱਚ ਵਿਭਾਜਨ ਹੈ। ਵਿਭਾਜਨ ਮੀਨਸ ਵੰਡਿਆ ਜਾਣਾ, ਅਤੇ ਵਰਕਰਾਂ ਦੀ ਕਰਮ ਅਨੁਸਾਰ ਸੁਧਾਰ ਹੈ। ਜਿੰਨੇ ਵੀ ਵਰਕਰਸ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਅਕੋਰਡਿੰਗ ਕੰਮ ਦੇਣਾ ਹੈ। ਇੰਗਲਿਸ਼ ਦੇ ਵਿੱਚ ਵੀ ਦਿੱਤੀ ਡੈਫੀਨੇਸ਼ਨ ਹਾਰਲੋ ਪਰਸਨ ਦੇ ਅਕੋਰਡਿੰਗ। ਸਾਇੰਟੀਫਿਕ ਮੈਨੇਜਮੈਂਟ ਕਰੈਕਟਰਾਈਜ਼ਸ ਦੈਟ form of organization and procedure in purposive collection effort which rests on principles or laws derived by the process of scientific investigation and analysis instead of tradition or policies determined empirically and casually by the process of trial and error। ਇਹੀ ਡੈਫੀਨੇਸ਼ਨ ਪੰਜਾਬੀ ਦੇ ਵਿੱਚ ਵੀ ਸ਼ੋ ਹੋ ਰਹੀ ਹੈ। ਵਿਗਿਆਨਿਕ ਪ੍ਰਬੰਧ ਉਦੇਸ਼ਾਤਮਕ ਸਮੂਹਿਕ ਯਤਨਾਂ ਵਿੱਚ ਸੰਗਠਨ ਅਤੇ ਵਿਧੀਆਂ ਦਾ ਅਜਿਹਾ ਰੂਪ ਹੁੰਦਾ ਹੈ ਜੋ ਯਤਨ ਅਤੇ ਤਰੁੱਟੀ ਪ੍ਰਕਿਰਿਆ ਰਾਹੀਂ ਅਨੁਭਾਵਿਕ ਅਤੇ ਅਣਜਾਣੇ ਤੌਰ 'ਤੇ ਨਿਰਧਾਰਤ ਕੀਤੇ ਵਿਰਸੇ ਅਤੇ ਨੀਤੀਆਂ ਦੀ ਬਜਾਏ ਵਿਗਿਆਨਿਕ ਜਾਂਚ ਪੜਤਾਲ ਅਤੇ ਵਿਸ਼ਲੇਸ਼ਣ ਦੀ ਪ੍ਰਕਿਰਿਆ ਰਾਹੀਂ ਪੈਦਾ ਹੋਏ ਸਿਧਾਂਤਾਂ ਅਤੇ ਕਾਨੂੰਨਾਂ ਉੱਪਰ ਨਿਰਭਰ ਕਰਦੀ ਹੈ। ਨੈਕਸਟ ਡੈਫੀਨੇਸ਼ਨ ਪੀਟਰ ਐਫ ਡਰੱਕਰ, ਇਟਸ ਕੋਰ is the organized study of work, the analysis of work into its simplest elements, and the systematic improvement of the worker's performance of each element। ਪੰਜਾਬੀ ਦੇ ਵਿੱਚ ਇਸ ਦਾ ਕੇਂਦਰ ਕੰਮ ਦਾ ਸੰਗਠਿਤ ਅਧਿਐਨ, ਕੰਮ ਦਾ ਇਸ ਦੇ ਸਧਾਰਨ ਤੱਤਾਂ ਵਿੱਚ ਵਿਸ਼ਲੇਸ਼ਣ ਅਤੇ ਹਰੇਕ ਤੱਤ ਦੇ ਵਰਕਰ ਦੀ ਮੁਹਾਰਤ ਦਾ ਤਰਤੀਬਵਾਰ ਸੁਧਾਰ ਹੁੰਦਾ ਹੈ। ਇਸ ਚੀਜ਼ ਦੀਆਂ ਡੈਫੀਨੇਸ਼ਨਸ। ਫੀਚਰਸ ਆਫ ਸਾਇੰਟੀਫਿਕ ਮੈਨੇਜਮੈਂਟ, ਵਿਗਿਆਨਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਹੈ ਵਿਗਿਆਨਿਕ ਸੋਚ, ਸਾਇੰਟੀਫਿਕ ਥਿੰਕਿੰਗ। ਇਸ ਪ੍ਰਕਾਰ ਦੇ ਪ੍ਰਬੰਧ ਦੇ ਵਿੱਚ ਜਿੰਨੇ ਸਾਰੇ ਕੰਮ ਨੇ ਉਹਨਾਂ ਨੂੰ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਐਕਸਪੈਰੀਮੈਂਟ ਕੀਤੇ ਜਾਂਦੇ ਨੇ, ਅਤੇ ਜਿਹੜੇ ਸਾਇੰਟੀਫਿਕ ਵੇਜ਼ ਨੇ ਉਹਨਾਂ ਦੇ ਨਾਲ ਇਹ ਕੀਤੇ ਜਾਂਦੇ ਨੇ। ਨੈਕਸਟ ਹੈ ਇਕੋਨਮੀ, ਆਰਥਿਕਤਾ। ਆਰਥਿਕਤਾ ਵੀ ਸਾਇੰਟੀਫਿਕ ਮੈਨੇਜਮੈਂਟ ਦਾ ਆਧਾਰ ਹੈ। ਵਿਗਿਆਨਿਕ ਪ੍ਰਬੰਧ ਅਨੁਸਾਰ ਕਿਸੇ ਵੀ ਪ੍ਰੋਡਕਟ ਦੀ ਜਿਹੜੀ ਪੈਦਾਵਾਰ ਹੁੰਦੀ ਹੈ ਉਹ ਮੌਜੂਦਾ ਸੋਮਿਆਂ ਨੂੰ ਵੱਧ ਤੋਂ ਵੱਧ ਵਰਤ ਕੇ ਘੱਟ ਖਰਚੇ 'ਤੇ ਜਿਹੜੀ ਕਰਨੀ ਉਹ ਹੁੰਦੀ ਹੈ। ਨੈਕਸਟ ਹੈ ਯੋਜਨਾਬੰਦੀ ਅਤੇ ਕੰਮ ਕਰਨਾ, ਪਲੈਨਿੰਗ ਐਂਡ ਵਰਕ। ਇਹਦੇ ਅਨੁਸਾਰ ਜਿਹੜੀ ਵੀ ਕੰਪਨੀ ਹੈ ਉਹਦੇ ਵਿੱਚ ਕਰਮਚਾਰੀਆਂ ਨੂੰ ਆਪਣੇ ਕੰਮ ਵੱਲ ਧਿਆਨ ਰੱਖਣਾ ਚਾਹੀਦਾ। ਉਦਾਹਰਨ ਵਜੋਂ ਕੋਈ ਵੀ ਜਿਹੜਾ ਕੰਮ ਦੀ ਅਸੀਂ ਪਲੈਨਿੰਗ ਕੀਤੀ ਹੈ ਉਹ ਕਿਹਨੇ ਬਣਾਉਣੀ ਹੈ? ਪਲੈਨਿੰਗ ਸੁਪਰਵਾਈਜ਼ਰ ਨੇ। ਅਤੇ ਟੀਮ ਦੇ ਕੋਲੋਂ ਜਿਹੜਾ ਕੰਮ ਹੈ ਉਹ ਪ੍ਰੈਕਟੀਕਲ ਤੌਰ 'ਤੇ ਕਰਵਾਇਆ ਜਾਣਾ ਚਾਹੀਦਾ ਹੈ। ਨੈਕਸਟ ਹੈ ਟੈਕਨੀਕ। ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ ਜਿਹੜਾ ਕੋਈ ਵੀ ਕੰਮ ਹੈ ਉਹ ਸਾਇੰਟੀਫਿਕ ਜਿਹੜੀਆਂ ਟੈਕਨੀਕਸ ਨੇ ਅਪਰੂਵਡ ਹੋਣ ਉਹਨਾਂ ਦੇ ਨਾਲ ਪੂਰਾ ਕੀਤਾ ਜਾਂਦਾ ਹੈ, ਅਤੇ ਤਕਨੀਕਾਂ ਦੀ ਵਰਤੋਂ ਨਾਲ ਪੂਰਾ ਹੋਏਗਾ। ਇਹ ਜਿਹੜੀਆਂ ਤਕਨੀਕਾਂ ਨੇ ਕੰਮ ਦੇ ਤਰੀਕਿਆਂ ਵਿੱਚ ਜਦੋਂ ਜਿਹੜੇ ਪਰਸੋਨਲ ਹੈ, ਜਿਹੜੇ ਕਰਮਚਾਰੀ ਨੇ ਉਹਨਾਂ ਦੀ ਚੋਣ ਕਰਨੀ ਹੈ ਉਸ ਟਾਈਮ ਦੇ ਵਿੱਚ, ਅਤੇ ਜਦੋਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਉਦੋਂ ਉਹਨਾਂ ਨੂੰ ਸਿਖਾਈਆਂ ਜਾਂਦੀਆਂ ਨੇ। ਘੱਟੋ ਘੱਟ ਬਰਬਾਦੀ, ਮਿਨੀਮਮ ਵੇਸਟੇਜ। ਵਿਗਿਆਨਿਕ ਪ੍ਰਬੰਧ ਦੀ ਅਗਲੀ ਵਿਸ਼ੇਸ਼ਤਾ ਵੀ ਕੰਪਨੀ ਵਿੱਚ ਮੌਜੂਦ ਜਿੰਨੇ ਵੀ ਮਸ਼ੀਨਾਂ ਨੇ, ਪਦਾਰਥ ਨੇ, ਜਦੋਂ ਉਹਨਾਂ ਦੀ ਵਰਤੋਂ ਕਰਨੀ ਹੈ ਬਰਬਾਦੀ ਨੂੰ ਘਟਾਉਣੀ ਹੈ।
ਬਰਬਾਦੀ ਨੂੰ ਘਟਾਉਣਾ ਹੈ ਤੇ ਜਿਹੜੇ ਅਸੀਂ ਕੰਮ ਦੀ ਪੂਰਤੀ ਦੇ ਲਈ ਉਹਨੂੰ ਕਰ ਰਹੇ ਹਾਂ, ਜਿਹੜਾ ਉਦੇਸ਼ ਅਸੀਂ ਸਾਹਮਣੇ ਮਿੱਥਿਆ ਹੈ ਤੇ ਉਹਨੂੰ ਤੇਜ਼ੀ ਦੇ ਨਾਲ ਪੂਰਾ ਕਰਨਾ ਹੈ। ਯੋਗ ਕਰਮਚਾਰੀ ਅਨੁਸਾਰ ਕੰਮ, ਵਰਕ ਅਕੋਰਡਿੰਗ ਟੂ EMPLOYE, ਕੰਮ ਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡਣਾ ਹੈ ਤੇ ਛੋਟੇ ਛੋਟੇ ਕੰਮਾਂ ਨੂੰ ਕਰਨ ਦੇ ਲਈ ਜਿਹੜੇ ਮਾਹਿਰ ਕਰਮਚਾਰੀ ਨੇ, ਐਕਸਪਰਟਸ ਕਰਮਚਾਰੀ ਨੇ, ਉਹਨਾਂ ਨੂੰ ਜ਼ਿੰਮੇਵਾਰੀ ਦੇਣੀ ਹੈ ਤੇ ਕੰਮ ਉਸ ਵਿਅਕਤੀ ਨੂੰ ਦੇਣਾ ਜਿਹਨੂੰ ਉਸ ਕੰਮ ਦੀ ਨੌਲੇਜ ਹੋਵੇ। ਵਿਗਿਆਨਿਕ ਪ੍ਰਬੰਧ ਦੇ ਲਾਭ, ਮੈਰਿਟਸ ਆਫ ਸਾਇੰਟੀਫਿਕ ਮੈਨੇਜਮੈਂਟ। ਸਭ ਤੋਂ ਪਹਿਲਾਂ ਇਹਦੇ ਨਾਲ ਕੀ ਹੋਵੇਗਾ, ਘੱਟ ਲਾਗਤ ਤੇ ਜਿਹੜਾ ਵੱਧ ਉਤਪਾਦਨ ਹੈ ਉਹ ਕੀਤਾ ਜਾ ਸਕੇਗਾ। ਦੂਸਰਾ, ਉੱਚ ਕੁਆਲਿਟੀ ਦੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੀ ਪ੍ਰੋਡਕਸ਼ਨ ਹੋਏਗੀ, ਆਪਸੀ ਮਿਲਵਰਤਨ ਵੀ ਵਧੇਗਾ। ਕਿਰਤ ਵੰਡ ਨਾਲ ਜਿਹੜਾ ਕੰਮ ਹੈ ਉਹ ਜਲਦੀ ਹੋਗਾ ਕਿਉਂਕਿ ਜਿਹੜਾ ਕੰਮ ਹੈ ਉਹ ਸਾਰੇ ਵਿਅਕਤੀਆਂ ਨੂੰ ਵੰਡ ਕੇ ਦਿੱਤਾ ਜਾਏਗਾ। ਮਜ਼ਦੂਰਾਂ ਦੀ ਯੋਗ ਭਰਤੀ ਅਤੇ ਸਿਖਲਾਈ, ਜਿਹੜੇ ਮਜ਼ਦੂਰ ਨੇ ਜਦੋਂ ਉਹਨਾਂ ਦੀ ਭਰਤੀ ਵੀ ਸਹੀ ਹੋਏਗੀ ਕਿਉਂਕਿ ਸਾਇੰਟੀਫਿਕ ਵੇ ਨਾਲ ਕਰਨੀ ਹੈ ਤੇ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਹੈ ਉਹ ਵੀ ਦਿੱਤੀ ਜਾਏਗੀ। ਕੰਮ ਕਰਨ ਦੀਆਂ ਵਧੀਆ ਸਹੂਲਤਾਂ, ਕੰਮ ਕਰਨ ਦੀਆਂ ਜਿਹੜੀਆਂ ਵਧੀਆ ਸਹੂਲਤਾਂ ਨੇ ਉਹਨਾਂ ਨੂੰ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸਾਧਨਾਂ ਦਾ ਉਚਿਤ ਪ੍ਰਯੋਗ, ਜਿੰਨੇ ਵੀ ਸਾਧਨ ਅਵੇਲੇਬਲ ਨੇ ਉਹਨਾਂ ਦਾ ਸਹੀ ਪ੍ਰਯੋਗ ਕੀਤਾ ਜਾਏਗਾ। ਵਧੇਰੇ ਕੰਮ ਲਈ ਵਧੇਰੇ ਮਜ਼ਦੂਰੀ, ਮਿਹਨਤਾਨਾ, ਜਿੰਨਾ ਕੋਈ ਵੀ, ਜਿੱਦਾਂ ਅਸੀਂ ਗੱਲ ਕਰਦੇ ਹਾਂ ਓਵਰ ਟਾਈਮ ਦੀ, ਜਿੰਨਾ ਕੋਈ ਵਿਅਕਤੀ ਕੰਮ ਕਰੇਗਾ ਉਹਦੇ ਅਕੋਰਡਿੰਗ ਉਹਨੂੰ ਜਿਹੜਾ ਮਿਹਨਤਾਨਾ ਉਹ ਦਿੱਤਾ ਜਾਏਗਾ। ਪ੍ਰਿੰਸੀਪਲਸ ਆਫ ਸਾਇੰਟੀਫਿਕ ਮੈਨੇਜਮੈਂਟ, ਵਿਗਿਆਨਿਕ ਪ੍ਰਬੰਧ ਦੇ ਸਿਧਾਂਤ। ਇਹ ਉਹ ਸਿਧਾਂਤ ਨੇ ਜਿਹੜੇ ਕਿ ਹੈਨਰੀ ਫਿਓਲ ਦੁਆਰਾ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਡਿਵੀਜ਼ਨ ਆਫ ਵਰਕ, ਹੈਨਰੀ ਫਿਓਲ ਨੇ ਆਪਣੇ ਜਿਹੜਾ ਸਾਇੰਟੀਫਿਕ ਮੈਨੇਜਮੈਂਟ ਦਿੱਤਾ ਉਹਦੇ ਵਿੱਚ ਕਿਹਾ ਕਿ ਜਿਹੜਾ ਕੰਮ ਹੈ ਉਹਦੀ ਵੰਡ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਜਦੋਂ ਕੰਮ ਵੰਡ ਕੀਤਾ ਹੋਏਗਾ ਤਾਂ ਹਰੇਕ ਵਿਅਕਤੀ ਦੀ ਆਪਣੀ ਆਪਣੀ ਜਿਹੜੀ ਰਿਸਪੌਂਸਿਬਿਲਿਟੀ ਹੈ ਉਹ ਹੋਏਗੀ ਤੇ ਆਪਣੀ ਰਿਸਪੌਂਸਿਬਿਲਿਟੀ ਦੇ ਅਕੋਰਡਿੰਗ ਆਪਣੇ ਕੰਮ ਨੂੰ ਉਹ ਪੂਰਾ ਕਰਨਗੇ। ਅਥਾਰਟੀ ਐਂਡ ਰਿਸਪੌਂਸਿਬਿਲਿਟੀ, ਸੱਤਾ ਅਤੇ ਜ਼ਿੰਮੇਵਾਰੀ, ਜਿਹੜੇ ਵਿਅਕਤੀ ਨੂੰ ਅਸੀਂ ਕੋਈ ਅਥਾਰਟੀ ਦੇ ਰਹੇ ਹਾਂ, ਰਿਸਪੌਂਸਿਬਿਲਿਟੀ ਦੇ ਰਹੇ ਹਾਂ ਤਾਂ ਉਹ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰੇਗਾ। ਇਸ ਕਰਕੇ ਅਥਾਰਟੀ ਵੀ ਦੇਣੀ ਜ਼ਰੂਰੀ ਹੈ ਤੇ ਰਿਸਪੌਂਸਿਬਿਲਿਟੀ ਵੀ ਦੇਣੀ ਜ਼ਰੂਰੀ ਹੈ। ਜਿਹਦੇ ਕੋਲ ਅਥਾਰਟੀ ਹੋਏਗੀ ਉਹ ਕੰਮ ਕਰਵਾਏਗਾ ਤੇ ਜਿਨ੍ਹਾਂ ਨੂੰ ਕੰਮ ਦਿੱਤਾ ਜਾਏਗਾ ਉਹ ਕੰਮ ਆਪਣਾ ਰਿਸਪੌਂਸਿਬਿਲਿਟੀ ਦੇ ਨਾਲ ਪੂਰਾ ਕਰਨਗੇ। ਡਿਸਿਪਲਿਨ, ਅਗਲਾ ਜਿਹੜਾ ਸਿਧਾਂਤ ਹੈ ਉਹ ਡਿਸਿਪਲਿਨ ਦਾ ਹੈ। ਜੇਕਰ ਪ੍ਰੋਪਰ ਡਿਸਿਪਲਿਨ ਹੋਏਗਾ, ਅਨੁਸ਼ਾਸਨ ਹੋਏਗਾ ਤਾਂ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਨਾਲ ਚੱਲੇਗਾ। ਯੂਨਿਟੀ ਆਫ ਕਮਾਂਡ, ਹੁਕਮ ਦੀ ਏਕਤਾ। ਅਗਲਾ ਪ੍ਰਿੰਸੀਪਲ ਵੀ ਜਦੋਂ ਉਹਨਾਂ ਨੂੰ ਇੰਸਟਰਕਸ਼ਨਸ ਦੇਣੀਆਂ ਨੇ, ਕੋਈ ਵੀ ਕਮਾਂਡ ਦੇਣੀ ਹੈ ਤਾਂ ਕਿਸੇ ਇੱਕ ਪਰਸਨ ਵੱਲੋਂ, ਜਿਹੜੀ ਇੱਕ ਅਥਾਰਟੀ ਹੈ ਉਹਦੇ ਵੱਲੋਂ ਹੀ ਹੋਣੀ ਚਾਹੀਦੀ ਹੈ। ਯੂਨਿਟੀ ਆਫ ਡਾਇਰੈਕਸ਼ਨਸ, ਜਿਹੜੀਆਂ ਉਹਨਾਂ ਨੂੰ ਡਾਇਰੈਕਸ਼ਨਸ ਦੇਣੀਆਂ ਨੇ, ਸੇਧ ਦੇਣੀਆਂ, ਕੋਈ ਵੀ ਦਿਸ਼ਾ ਨਿਰਦੇਸ਼ ਦੇਣਾ ਤਾਂ ਉਹ ਵੀ ਕਿਸੇ ਇੱਕ ਵਿਅਕਤੀ ਵੱਲੋਂ ਹੀ ਹੋਣੀਆਂ ਚਾਹੀਦੀਆਂ ਨੇ। ਜੇ ਹਰ ਇੱਕ ਵਿਅਕਤੀ ਕਹੇਗਾ ਹਾਂਜੀ ਇਸ ਤਰੀਕੇ ਨਾਲ ਕੰਮ ਕਰੋ, ਇਸ ਤਰੀਕੇ ਨਾਲ ਕੰਮ ਕਰੋ ਤਾਂ ਜਿਹੜਾ ਕੰਮ ਹੈ ਉਹ ਸਿਸਟਮੈਟਿਕਲੀ ਨਹੀਂ ਹੋਏਗਾ। ਰਿਮੂਨਰੇਸ਼ਨ ਆਫ ਪਰਸੋਨਲ, ਜਿਹੜੇ ਕਿਰਤੀ ਕਾਮੇ ਨੇ, ਕੰਮ ਕਰਨ ਵਾਲੇ ਸਟਾਫ ਹੈ, ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਉਹਨਾਂ ਦੀ ਤਨਖਾਹ ਵਧੀਆ ਹੋਏਗੀ ਉਹ ਸੈਟਿਸਫਾਈਡ ਹੋਣਗੇ ਤੇ ਆਪਣੇ ਕੰਮ ਨੂੰ ਉਹ ਸਹੀ ਤਰੀਕੇ ਨਾਲ ਕੰਪਲੀਟ ਕਰਨਗੇ। ਇਫੈਕਟਿਵ ਸੈਂਟਰਲਾਈਜੇਸ਼ਨ, ਜਿਹੜਾ ਵੀ, ਜੇ ਅਸੀਂ ਕੰਮ ਦੀ ਵੰਡ ਦੀ ਗੱਲ ਕਰਦੇ ਹਾਂ ਜਾਂ ਜਿਹੜੀਆਂ ਪਾਵਰਸ ਨੇ, ਸ਼ਕਤੀਆਂ ਨੇ, ਉਹਨਾਂ ਦੀ ਵੰਡ ਦੀ ਗੱਲ ਕਰਦੇ ਹਾਂ, ਅਥਾਰਟੀ ਦੀ ਗੱਲ ਕਰਦੇ ਹਾਂ ਤਾਂ ਉਹ ਇਫੈਕਟਿਵ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਕਿਸੇ ਇੱਕ ਵਿਅਕਤੀ ਕੋਲ ਅਥਾਰਟੀ ਹੋਏਗੀ ਤਾਂ ਉਹਦਾ ਇਫੈਕਟ ਜ਼ਿਆਦਾ ਪਏਗਾ। ਜੇਕਰ ਹਰ ਕੋਈ ਆਪਣੇ ਆਪ ਨੂੰ ਬੌਸ ਕਹਾਏਗਾ ਤਾਂ ਜਿਹੜਾ ਕੰਮ ਹੈ ਉਹ ਇਫੈਕਟਿਵਲੀ ਨਹੀਂ ਹੋਏਗਾ। ਸਕੇਲਰ ਚੇਨ ਦੇ ਵਿੱਚ ਕਈ ਦੋ ਵਿਅਕਤੀ, ਜਿਵੇਂ ਇੱਧਰ B ਤੇ L, C ਤੇ M, D N ਇੱਧਰ ਦਿਖਾਏ ਹੋਏ ਨੇ ਤਾਂ ਇਹ ਬਰਾਬਰ ਦਾ ਦਰਜਾ ਰੱਖਣ ਵਾਲੇ ਨੇ। ਜਦੋਂ A ਨੇ ਕੋਈ ਵੀ ਕਮਾਂਡ ਦੇਣੀ ਹੈ ਤਾਂ B ਤੇ L ਦੋਵਾਂ ਨੂੰ ਦਿੱਤੀ ਜਾਏਗੀ ਜੇ ਇਹਨਾਂ ਦੇ ਅਕੋਰਡਿੰਗ ਕੰਮ ਹੈ। C ਤੇ M ਨੂੰ, D ਤੇ N ਨੂੰ, E ਤੇ O ਨੂੰ, F ਤੇ P ਨੂੰ, G ਐਂਡ Q ਨੂੰ, ਕਿਉਂਕਿ ਇਹ ਬਰਾਬਰ ਦਾ ਦਰਜਾ ਰੱਖਦੇ ਨੇ। ਜੇਕਰ ਇਹ ਵਿਅਕਤੀ ਇਕੱਲਾ ਇਹਨੂੰ ਕਮਾਂਡ ਦੇ ਰਿਹਾ ਤੇ ਇਹ ਇਹਨੂੰ ਦੇਗਾ ਤਾਂ ਇਹ ਜਿਹੜਾ ਵਿਅਕਤੀ ਹੈ ਪ੍ਰੋਪਰ ਇਹ ਗੱਲ ਨੂੰ ਫੋਲੋ ਨਹੀਂ ਕਰੇਗਾ ਕਿਉਂਕਿ ਇਹਨਾਂ ਦਾ ਜਿਹੜਾ ਸਟੇਟਸ ਹੈ ਉਹ ਇਕੁਅਲ ਹੈ। ਇਸ ਜਿਹੜੀ ਨੈਕਸਟ ਚਾਰਟ ਦੇ ਵਿੱਚ ਤੁਹਾਨੂੰ ਦਿਖਾ ਰਹੀ ਹਾਂ ਸਕੇਲਰ ਚੇਨ, ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ ਨੇ ਉਹ ਆਪਣੇ ਅਕੋਰਡਿੰਗ ਹੀ ਇਹਨੂੰ ਕਰਦੀਆਂ ਨੇ। ਜਿਵੇਂ ਇੱਕ ਅਸੀਂ ਇੰਸਟੀਟਿਊਟ ਦੀ ਗੱਲ ਕਰੀਏ ਉੱਥੇ ਡਿਪਟੀ ਲਾਇਬ੍ਰੇਰੀਅਨ ਹੋਏਗਾ, ਉਸ ਤੋਂ ਅੱਗੇ ਅਸਿਸਟੈਂਟ ਲਾਇਬ੍ਰੇਰੀਅਨ, ਫਿਰ ਪ੍ਰੋਫੈਸ਼ਨਲ ਹੋ ਸਕਦਾ, ਫਿਰ ਸੈਮੀ ਪ੍ਰੋਫੈਸ਼ਨਲ। ਬਟ ਕੋਈ ਲਾਇਬ੍ਰੇਰੀ ਇੱਦਾਂ ਦੀ ਵੀ ਹੋ ਸਕਦੀ ਹੈ ਉੱਥੇ ਸਿਰਫ ਲਾਇਬ੍ਰੇਰੀਅਨ ਤੋਂ ਬਾਅਦ ਡਿਪਟੀ ਲਾਇਬ੍ਰੇਰੀਅਨ ਜਾਂ ਫਿਰ ਅਸਿਸਟੈਂਟ ਲਾਇਬ੍ਰੇਰੀਅਨ ਇਹ ਹੀ ਹੋਣਗੇ। ਇਹ ਡਿਪੈਂਡ ਕਰਦਾ ਹੈ ਕਿ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਜਿਹੜੇ EMPLOYE ਨੇ ਕੰਮ ਕਰਨ ਵਾਲੇ ਉਹਨਾਂ ਨੂੰ ਕਿਸ ਦਰਜੇ ਦੇ ਅਕੋਰਡਿੰਗ ਰੱਖਿਆ ਹੋਇਆ ਹੈ। ਆਰਡਰ ਮੀਨਸ ਇਕਸੁਰਤਾ। ਆਰਡਰ ਦੋ ਤਰ੍ਹਾਂ ਦਾ ਹੁੰਦਾ ਹੈ, ਮਟੀਰੀਅਲ ਆਰਡਰ ਤੇ ਸੋਸ਼ਲ ਆਰਡਰ। ਆਰਡਰ ਅਸੀਂ ਕਹਿੰਦੇ ਨੇ ਵੀ ਕਿਸੇ ਚੀਜ਼ ਨੂੰ ਸਿਸਟਮੈਟਿਕਲੀ ਰੱਖਣਾ,
ਮਟੀਰੀਅਲ ਆਰਡਰ ਦੇ ਵਿੱਚ ਕੀ ਆਏਗਾ, ਬੁੱਕਸ ਵਗੈਰਾ ਤੇ ਹੋਰ ਮਟੀਰੀਅਲ ਜਿਹੜਾ ਕਿ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਹੁੰਦਾ ਹੈ, ਚਾਹੇ ਬੱਚਿਆਂ ਦੇ ਬੈਠਣ ਦੇ ਲਈ ਚੇਅਰਸ ਨੇ, ਟੇਬਲਸ ਨੇ, ਬੁੱਕਸ ਨੇ ਜਾਂ ਕੋਈ ਨਿਊਜ਼ਪੇਪਰ ਵਗੈਰਾ ਨੇ, ਉਹਨਾਂ ਨੂੰ ਅਸੀਂ ਕਹਾਂਗੇ ਮਟੀਰੀਅਲ ਆਰਡਰ। ਸੋਸ਼ਲ ਆਰਡਰ ਇਹ ਵਿਅਕਤੀਆਂ ਲਈ ਹੈ, ਹਰੇਕ ਕਰਮਚਾਰੀ ਨੂੰ ਉਸਦੀ ਯੋਗਤਾ ਦੇ ਅਨੁਸਾਰ ਕੰਮ ਦੇਣਾ। ਹੁਣ ਜੇਕਰ ਲਾਇਬ੍ਰੇਰੀ ਹੈ, ਲਾਇਬ੍ਰੇਰੀਅਨ ਹੈ, ਉਹਨੇ B.Lib ਜਾਂ M.Lib ਕੀਤੀ ਹੋਈ ਹੈ, ਬਟ ਅਸੀਂ ਉਹਨੂੰ ਕਹਾਂਗੇ ਕਿ ਹਾਂਜੀ ਤੁਸੀਂ ਪੀਐਨ ਵਾਲਾ ਕੰਮ ਕਰੋ, ਤਾਂ ਇਹ ਕੰਮ ਠੀਕ ਨਹੀਂ ਹੋਏਗਾ। ਇਸ ਕਰਕੇ ਕਰਨਾ ਕਿ ਹਰੇਕ ਵਿਅਕਤੀ ਨੂੰ ਉਸਦੀ ਯੋਗਤਾ ਦੇ ਅਨੁਸਾਰ ਕੰਮ ਦੇਣਾ ਹੈ। ਅਗਲਾ ਪ੍ਰਿੰਸੀਪਲ ਹੈ ਇਕੁਐਲਿਟੀ, ਸਮਾਨਤਾ। ਜਿੰਨੇ ਵੀ ਜਿਹੜੇ ਵਰਕਰਸ ਨੇ, ਇੰਪਲੋਈਜ਼ ਨੇ, ਕੰਮ ਕਰਦੇ ਨੇ, ਤਾਂ ਅਸੀਂ ਉਹਨਾਂ ਸਾਰਿਆਂ ਨੂੰ ਸਮਾਨਤਾ ਦੇਣੀ ਹੈ, ਸਭ ਨੂੰ ਜਿਹੜਾ ਰਿਗਾਰਡ ਬਣਦਾ ਉਹ ਅਸੀਂ ਨੇ ਦੇਣਾ ਹੈ। ਨੈਕਸਟ ਹੈ ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਟੂ ਜਨਰਲ ਇੰਟਰਸਟ। ਜਿਹੜੇ ਨਿੱਜੀ ਹਿੱਤ ਨੇ ਉਹਨਾਂ ਦੀ ਆਮ ਹਿੱਤਾਂ ਪ੍ਰਤੀ ਜਿਹੜੀ ਅਧੀਨਗੀ ਆ ਉਹ ਰੱਖਣੀ ਹੈ, ਕਿਉਂਕਿ ਅਸੀਂ ਜਦੋਂ ਵੀ ਕਿਤੇ ਕੰਮ ਕਰ ਰਹੇ ਹਾਂ ਤਾਂ ਅਸੀਂ ਆਪਣੇ ਨਿੱਜੀ ਹਿੱਤਾਂ ਨੂੰ ਨਹੀਂ ਧਿਆਨ ਦੇ ਵਿੱਚ ਰੱਖਦੇ ਹੁੰਦੇ, ਅਸੀਂ ਆਮ ਹਿੱਤ ਦੇਖਦੇ ਹਾਂ। ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉਹਦੇ ਪ੍ਰਤੀ ਸਾਡੇ ਜਿਹੜੇ ਨਿੱਜੀ ਹਿੱਤ ਨੇ ਉਹ ਅਧੀਨ ਰਹਿਣਗੇ। ਸਟੈਬਿਲਿਟੀ ਇਨ ਦਾ ਟੈਨਿਓਰ। ਜਦੋਂ ਕੋਈ ਵੀ ਇੰਪਲੋਈ ਕਿਤੇ ਕੰਮ ਕਰ ਰਿਹਾ ਹੁੰਦਾ ਤਾਂ ਸਭ ਤੋਂ ਉਹਨੂੰ ਜਿਹੜੀ ਮੇਨ ਪ੍ਰੋਬਲਮ ਹੈ ਇਹ ਹੁੰਦੀ ਹੈ ਕਿ ਮੈਨੂੰ ਹਟਾ ਦੇਣਗੇ ਇੱਥੋਂ ਕੰਮ ਕਰਨ ਤੋਂ, ਅੱਜ ਨਹੀਂ ਕੱਲ੍ਹ। ਤਾਂ ਹੋਣਾ ਕੀ ਚਾਹੀਦਾ, ਸਟੈਬਿਲਿਟੀ ਹੋਣੀ ਚਾਹੀਦੀ ਹੈ, ਸਥਿਰਤਾ ਹੋਣੀ ਚਾਹੀਦੀ ਹੈ, ਉਹਦੀ ਜੋਬ ਹੈ ਜਿਹੜੀ ਪ੍ਰੋਪਰ ਉਹ ਸਿਕਿਉਰ ਹੋਣੀ ਚਾਹੀਦੀ ਹੈ। ਨੈਕਸਟ ਹੈ ਇਨੀਸ਼ੀਏਟਿਵ, ਪਹਿਲ ਕਦਮੀ। ਪਹਿਲ ਕਦਮੀ ਸਾਰੇ ਜਿੰਨੇ ਵੀ ਕਿਸੇ ਵੀ ਕੰਮ ਦੇ ਨਾਲ ਜੁੜੇ ਹੁੰਦੇ ਨੇ ਉਹ ਵਿਅਕਤੀ, ਜਦੋਂ ਅਸੀਂ ਪਲੈਨਿੰਗ ਕੀਤੀ ਹੁੰਦੀ ਹੈ ਤਾਂ ਉਹਨਾਂ ਸਾਰੇ ਵਿਅਕਤੀਆਂ ਨੇ ਕੀ ਕਰਨਾ ਹੁੰਦਾ ਹੈ, ਪਹਿਲ ਕਦਮੀ, ਇਨੀਸ਼ੀਏਟਿਵ। ਪਹਿਲ ਦੇ ਆਧਾਰ 'ਤੇ ਕੋਸ਼ਿਸ਼ ਕਰਨੀ ਕਿ ਹਾਂਜੀ ਮੈਂ ਵੀ ਕੰਮ ਕਰਨਾ ਹੈ, ਮੈਂ ਵੀ ਕੰਮ ਕਰਨਾ ਹੈ। ਨੈਕਸਟ ਹੈ ਵਰਕਿੰਗ ਟੂਗੈਦਰ। ਅਗਲਾ ਪ੍ਰਿੰਸੀਪਲ ਹੈ ਵਰਕਿੰਗ ਟੂਗੈਦਰ। ਜਿੰਨੇ ਵੀ ਇੰਪਲੋਈਜ਼ ਨੇ, ਟੀਚਿੰਗ ਸਟਾਫ ਹੈ, ਨਾਨ ਟੀਚਿੰਗ ਸਟਾਫ ਹੈ, ਤਾਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ। ਡੀਅਰ ਸਟੂਡੈਂਟਸ, ਅੱਜ ਲਈ ਇੰਨਾ ਹੀ। ਥੈਂਕਸ ਫॉर ਵਾਚਿੰਗ।